Good morning students. Now we will discuss the chapter number 19th. ਅੱਜ ਆਪਾਂ ਇੰਡੀਅਨ ਇਕੋਨਮੀ ਦਾ 19th ਚੈਪਟਰ ਨੰਬਰ ਸਟਾਰਟ ਕਰਨ ਜਾ ਰਹੇ ਹਾਂ। ਉਹਦਾ ਅੱਜ ਆਪਾਂ ਫਸਟ ਟੌਪਿਕ ਡਿਸਕਸ ਕਰਾਂਗੇ। 19th ਚੈਪਟਰ ਦਾ ਨਾਮ ਹੈਗਾ ਮੇਨ ਫੀਚਰਸ ਪ੍ਰੋਬਲਮਸ ਐਂਡ ਪੋਲਿਸੀਜ਼ ਆਫ ਐਗਰੀਕਲਚਰ। ਜਿਹੜਾ ਚੈਪਟਰ ਨੰਬਰ 19 ਦਾ ਉਹ ਕਿਹਦੇ ਨਾਲ ਰਿਲੇਟ ਕਰਦਾ? ਓਨਲੀ ਐਗਰੀਕਲਚਰ ਦੇ ਨਾਲ। ठीक है, खेतीबाड़ी ਦੀਆਂ ਮੁੱਖ ਵਿਸ਼ੇਸ਼ਤਾਵਾਂ, ਸਮੱਸਿਆਵਾਂ, ਜਿਹੜੀਆਂ ਸਮੱਸਿਆ ਆਈਆਂ ਖੇਤੀਬਾੜੀ ਦੇ ਉੱਪਰ ਉਹਨਾਂ ਨੂੰ ਹੱਲ ਕਰਨ ਦੇ ਲਈ ਕਿਹੜੀਆਂ-ਕਿਹੜੀਆਂ ਨੀਤੀਆਂ ਅਪਣਾਈਆਂ ਗਈਆਂ, ਇਹ ਸਾਰਾ ਕੁਝ ਆਪਾਂ ਇਸ ਚੈਪਟਰ ਦੇ ਵਿੱਚ ਪੜਾਂਗੇ। ਸਭ ਤੋਂ ਪਹਿਲਾਂ ਆਪਾਂ ਇਹਦੀ ਇੰਟਰੋਡਕਸ਼ਨ ਨੂੰ ਡਿਸਕਸ ਕਰਦੇ ਹਾਂ। Agriculture sector remains the most important sector of the Indian economy, whether it be the pre-independence or the post-independence period। ਕਹਿੰਦੇ ਚਾਹੇ ਆਪਾਂ ਆਜ਼ਾਦੀ ਤੋਂ ਪਹਿਲਾਂ ਦੀ ਗੱਲ ਕਰ ਲਈਏ ਜਾਂ ਆਜ਼ਾਦੀ ਤੋਂ ਬਾਅਦ ਦੀ ਗੱਲ ਕਰ ਲਈਏ, ਜਿਹੜਾ ਐਗਰੀਕਲਚਰ ਸੈਕਟਰ ਆ ਉਹ ਇੱਕ ਹਮੇਸ਼ਾ ਹੀ ਬਹੁਤ ਹੀ ਇੰਪੋਰਟੈਂਟ ਸੈਕਟਰ ਰਿਹਾ। ਠੀਕ ਹੈ, ਹਮੇਸ਼ਾ ਹੀ ਕਿਹਦੇ ਲਈ? ਭਾਰਤੀ ਅਰਥ ਵਿਵਸਥਾ ਲਈ, ਇੰਡੀਅਨ ਇਕੋਨਮੀ ਦੇ ਲਈ। ਇੰਡੀਅਨ ਇਕੋਨਮੀ ਦੀ ਗਰੋਥ ਕਰਨ ਦੇ ਲਈ, ਉਹਦੀ ਡਿਵੈਲਪਮੈਂਟ ਕਰਨ ਦੇ ਲਈ ਜਿਹੜਾ ਐਗਰੀਕਲਚਰ ਸੈਕਟਰ ਨੇ ਆਪਣੀ ਬਹੁਤ ਹੀ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਆ। ਠੀਕ ਹੈ, ਦੇਖੋ ਐਗਰੀਕਲਚਰ ਨੂੰ ਕੀ ਮੰਨਿਆ ਜਾਂਦਾ? ਕਹਿੰਦੇ ਭਾਰਤ ਦੇ ਵਿੱਚ ਐਗਰੀਕਲਚਰ ਨੂੰ ਇੱਕ ਮੇਨ ਸੋਰਸ ਮੰਨਿਆ ਜਾਂਦਾ, ਮੁੱਖ ਸਾਧਨ ਮੰਨਿਆ ਜਾਂਦਾ। ਕਾਹਦਾ? ਰੋਜੀ ਰੋਟੀ ਕਮਾਉਣ ਦਾ, ਲਾਈਵਲੀਹੁੱਡ ਦਾ। ਠੀਕ ਹੈ, ਲਾਈਵਲੀਹੁੱਡ ਮਤਲਬ ਰੋਜੀ ਰੋਟੀ ਕਮਾਉਣ ਦਾ ਇੱਕ ਮੁੱਖ ਸਾਧਨ ਮੰਨਿਆ ਜਾਂਦਾ। ਕਿਉਂਕਿ ਆਪਾਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ ਵੀ ਭਾਰਤ ਦੇ ਬਹੁਤ ਸਾਰੇ ਲੋਕ ਆ, ਜਿਹੜੇ ਬਹੁਤ ਸਾਰੀ ਜਨਤਾ, ਬਹੁਤ ਸਾਰੀ ਜਨਸੰਖਿਆ ਇਹੋ ਜਿਹੀ ਆ ਜੋ ਸਿਰਫ ਕੀ ਆ, ਖੇਤੀਬਾੜੀ ਦੇ ਉੱਪਰ ਨਿਰਭਰ ਕਰਦੀ ਆ। ਤਾਂ ਕਰਕੇ ਇਹਨੂੰ ਇੱਕ ਮੇਜਰ ਸੋਰਸ ਮੰਨਿਆ ਜਾਂਦਾ। ਠੀਕ ਹੈ, ਇਸ ਤੋਂ ਅੱਗੇ ਆਪਾਂ ਦੇਖ ਰਹੇ ਹਾਂ ਵੀ ਐਗਰੀਕਲਚਰ ਦਾ ਮਤਲਬ ਕੀ ਆ। ਕਹਿੰਦੇ ਐਗਰੀਕਲਚਰ ਮੀਨਸ ਦਾ ਪ੍ਰੈਕਟਿਸ ਆਫ ਕਲਟੀਵੇਟਿੰਗ ਦਾ ਸੋਇਲ, ਪ੍ਰੋਡਿਊਸਿੰਗ ਕ੍ਰੌਪਸ ਐਂਡ ਰਾਈਜ਼ਿੰਗ ਲਾਈਵ ਸਟਾਕ ਟੂ provide food and other products which are essential for the survival of human beings। ਕਹਿੰਦੇ ਜਿਹੜਾ ਖੇਤੀਬਾੜੀ ਆ ਉਹਦਾ ਮਤਲਬ ਹੈਗਾ ਵੀ ਕਲਟੀਵੇਟ ਕਰਨਾ ਕਿਸ ਭੂਮੀ ਨੂੰ। ਠੀਕ ਹੈ, ਉਹਦੇ 'ਤੇ ਫਸਲਾਂ ਉਗਾਉਣੀਆਂ ਜਾਂ ਜਿਹੜਾ ਲਾਈਵ ਸਟਾਕ ਵਿੱਚ ਵਾਧਾ ਕਰਨਾ, ਮਤਲਬ ਪਸ਼ੂ ਵਗੈਰਾ ਨੂੰ ਪਾਲਣਾ। ਉਹਨਾਂ ਤੋਂ ਕੀ ਪ੍ਰਾਪਤ ਹੁੰਦਾ? ਆਪਾਂ ਨੂੰ ਬਹੁਤ ਸਾਰੇ ਕੀ ਆ, ਫੂਡ, ਭੋਜਨ ਪ੍ਰਾਪਤ ਹੁੰਦੇ ਆ। ਇਸ ਤੋਂ ਬਿਨਾਂ ਅਦਰ ਪ੍ਰੋਡਕਟਸ ਵਿਚ ਆਰ, ਕਹਿੰਦੇ ਇਸ ਤੋਂ ਬਿਨਾਂ ਐਗਰੀਕਲਚਰ ਤੋਂ ਆਪਾਂ ਨੂੰ ਹੋਰ ਵੀ ਬਹੁਤ ਪ੍ਰੋਡਕਟ ਮਿਲਦੇ ਆ ਜੋ ਕਿ ਬਹੁਤ ਜ਼ਰੂਰੀ ਹੁੰਦੇ ਆ ਆਪਣੇ ਮਨੁੱਖ ਦੇ ਜਿਉਣ ਦੇ ਰਹਿਣ ਲਈ, ਸਰਵਾਈਵ ਕਰਨ ਦੇ ਲਈ। ਠੀਕ ਹੈ, ਇਸ ਤਰ੍ਹਾਂ ਕੀ ਆ ਵੀ ਇੱਕ ਐਗਰੀਕਲਚਰ ਕੀ ਹੈ, ਇੱਕ ਤਰ੍ਹਾਂ ਦਾ ਅਭਿਆਸ ਆ ਕਲਟੀਵੇਟ ਕਰਨ ਦਾ। ਕਿਹਨੂੰ? ਭੂਮੀ ਨੂੰ, ਤਾਂ ਕਿ ਉਹਦੇ 'ਤੇ ਕੀ ਹੈ, ਇੱਕ ਕ੍ਰੌਪਸ ਉਗਾਈਆਂ ਜਾਣ। ਠੀਕ ਹੈ, ਪਸ਼ੂ ਜਿਹੜੇ ਉਹ ਪਾਲੇ ਜਾਣ। ਠੀਕ ਹੈ, ਅਤੇ ਉਹਨਾਂ ਤੋਂ ਬਹੁਤ ਸਾਰੇ ਪ੍ਰੋਡਕਟਸ ਆ ਕੀ ਆ ਉਹ ਪ੍ਰਾਪਤ ਕੀਤੇ ਜਾ ਸਕਣ। ਇਸ ਤੋਂ ਅੱਗੇ ਕੀ ਆ, ਆਪਾਂ ਇਹਦਾ ਰੋਲ ਨੂੰ ਡਿਸਕਸ ਕਰਦੇ ਹਾਂ। ਰੋਲ ਔਰ ਇੰਪੋਰਟੈਂਸ ਆਫ ਐਗਰੀਕਲਚਰ ਇਨ ਦਾ ਇਕੋਨਮੀ। ਜਿਹੜੀ ਐਗਰੀਕਲਚਰ ਆ, ਖੇਤੀਬਾੜੀ ਆ, ਉਹਦੀ ਆਪਣੀ ਅਰਥ ਵਿਵਸਥਾ ਦੇ ਵਿੱਚ ਕੀ ਭੂਮਿਕਾ ਅਤੇ ਕੀ ਮਹੱਤਵ ਆ। ਠੀਕ ਹੈ, ਉਹਨੂੰ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਦੇਖੋ ਐਗਰੀਕਲਚਰ ਨੂੰ ਇੱਕ ਬੈਕਬੋਨ ਮੰਨਿਆ ਜਾਂਦਾ ਇੰਡੀਅਨ ਇਕੋਨਮੀ ਦਾ। ਤੁਹਾਨੂੰ ਪਹਿਲਾਂ ਵੀ ਕਿਹਾ ਵੀ ਇਹ ਇੱਕ ਮੇਨ ਸੋਰਸ ਆ। ਠੀਕ ਹੈ, ਜਿਹਦੇ ਨਾਲ ਕੀ ਆ, ਲੋਕ ਆਪਣੀ ਰੋਜੀ ਰੋਟੀ ਕਮਾ ਸਕਦੇ ਆ। ਸੋ ਜਿਹੜੀ ਭਾਰਤੀ ਅਰਥ ਵਿਵਸਥਾ ਦੇ ਵਿੱਚ ਐਗਰੀਕਲਚਰ ਨੂੰ ਬੈਕਬੋਨ ਮੰਨਿਆ ਜਾਂਦਾ, ਰੀੜ੍ਹ ਦੀ ਹੱਡੀ ਮੰਨਿਆ ਜਾਂਦਾ। ਠੀਕ ਹੈ, ਇਸ ਤੋਂ ਅੱਗੇ ਕੀ ਆ, ਜਿਹੜੇ ਪ੍ਰੋਫੈਸਰ ਗੁਨਾਰ ਮਾਈਡਾਲ ਆ, ਠੀਕ ਆ, ਉਹਨਾਂ ਨੇ ਕੀ ਕਿਹਾ ਸੀ? ਇਟ ਇਜ਼ ਦਾ ਐਗਰੀਕਲਚਰ ਸੈਕਟਰ। ਕਹਿੰਦੇ ਇਹ ਇੱਕ ਐਗਰੀਕਲਚਰ ਸੈਕਟਰ ਹੀ ਇੱਕ ਅਜਿਹਾ ਸੈਕਟਰ ਆ ਜਿਹਦੇ ਨਾਲ ਜਿਹੜਾ ਭਾਰਤ ਆਪਣੀ ਇਕਨੋਮਿਕ ਡਿਵੈਲਪਮੈਂਟ ਦੀ ਲੰਬੀ ਲੜਾਈ ਲੜ ਰਿਹਾ। ਠੀਕ ਹੈ, ਉਹਦੇ ਵਿੱਚ ਕੀ ਆ, ਜਾਂ ਤਾਂ ਜਿੱਤ ਪ੍ਰਾਪਤ ਕਰ ਸਕਦਾ ਜਾਂ ਹਾਰ। ਠੀਕ ਹੈ, ਓਨਲੀ ਕਿਹਦੇ ਕਰਕੇ? ਐਗਰੀਕਲਚਰ ਸੈਕਟਰ ਕਰਕੇ। ਹੁਣ ਆਪਾਂ ਦੇਖਦੇ ਹਾਂ ਵੀ ਇਹਦਾ ਕੀ ਰੋਲ ਰਿਹਾ ਆਪਣੀ ਇੰਡੀਅਨ ਇਕੋਨਮੀ ਦੇ ਵਿੱਚ। ਸਭ ਤੋਂ ਪਹਿਲਾਂ ਕੀ ਆ, ਕੰਟਰੀਬਿਊਸ਼ਨ ਟੂ ਦਾ ਨੈਸ਼ਨਲ ਇਨਕਮ। ਪਹਿਲਾਂ ਕੀ ਹੈ, ਰਾਸ਼ਟਰੀ ਆਮਦਨ ਦੇ ਵਿੱਚ ਇਹਨੇ ਕੀ ਆ, ਬਹੁਤ ਸਾਰਾ ਯੋਗਦਾਨ ਪਾਇਆ। 1950 ਦੇ ਵਿੱਚ ਖੇਤੀਬਾੜੀ ਸੈਕਟਰ ਦਾ ਜਿਹੜਾ ਯੋਗਦਾਨ ਸੀਗਾ ਆਪਣੀ ਨੈਸ਼ਨਲ ਇਨਕਮ ਦੇ ਵਿੱਚ ਉਹ ਸੀ 59%, ਜੋ ਕਿ ਬਹੁਤ ਜ਼ਿਆਦਾ ਸੀ, ਅੱਧ ਤੋਂ ਵੀ ਜ਼ਿਆਦਾ ਸੀ। ਇਸ ਤੋਂ ਅੱਗੇ ਕੀ ਆ, 90 ਤੇ 91 ਵਿੱਚ ਇਹ 35% ਰਹਿ ਗਿਆ। ਠੀਕ ਹੈ, ਅਤੇ 13-14 ਵਿੱਚ 18 ਅਤੇ ਹੁਣ ਰੀਸੈਂਟਲੀ ਕੀ ਆ, 18 ਅਤੇ 19 ਦੇ ਵਿੱਚ ਇਹ ਸਿਰਫ ਕੀ ਆ, 14% ਰਹਿ ਗਿਆ। ਠੀਕ ਹੈ, ਇਸ ਤੋਂ ਅੱਗੇ ਦੇਖੋ ਮੇਜਰ ਸੋਰਸਿਸ ਆਫ ਲਾਈਵਲੀਹੁੱਡ। ਆਪਾਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ ਕਿ ਇਹ ਕਿ ਰੋਜੀ ਰੋਟੀ ਦਾ ਮੁੱਖ ਸਰੋਤ ਆ। ਐਜ਼ ਪਰ NSSO, ਠੀਕ ਹੈ, NSS ਦੇ ਅਕੋਰਡਿੰਗ ਕਹਿੰਦੇ 2011 ਅਤੇ 12 ਦੇ ਵਿੱਚ ਜਿਹੜੀ ਕਹਿੰਦੇ ਐਗਰੀਕਲਚਰ ਦੇ ਉੱਪਰ ਕੀ ਆ, ਰੁਜ਼ਗਾਰ ਲੱਗੇ ਸੀਗੇ। ਠੀਕ ਹੈ, ਲੋਕ ਕੰਮ ਕਰ ਰਹੇ ਸੀ ਐਗਰੀਕਲਚਰ ਦਾ ਕੰਮ ਕਰਕੇ। ਉਹਨਾਂ ਦਾ ਸ਼ੇਅਰ ਕਿੰਨਾ ਸੀਗਾ? 48.9, ਲਗਭਗ 50% ਸੀਗਾ ਜਿਹੜੇ ਲੋਕ ਸਿਰਫ ਕਿਹਦੇ ਉੱਤੇ ਨਿਰਭਰ ਕਰਦੇ ਸੀ? ਆਪਣੇ ਰੁਜ਼ਗਾਰ ਦੇ ਲਈ ਖੇਤੀਬਾੜੀ ਦੇ ਉੱਪਰ।
ਇਸ ਤੋਂ ਉਲਟ ਦੇਖੋ ਇਹ ਆਪਣੇ ਇੰਡੀਆ ਦੀ ਗੱਲ ਕੀਤੀ ਗਈ ਹੈ। ਇਸ ਤੋਂ ਉਲਟ ਕਹਿੰਦੇ ਜੇ ਬਾਹਰਲੇ ਦੇਸ਼ਾਂ ਦੇ ਵਿੱਚ ਦੇਖਿਆ ਜਾਵੇ ਜਿਵੇਂ USA UK ਦੇ ਵਿੱਚ ਉੱਥੇ ਸਿਰਫ ਜਿਹੜਾ 2 ਤੋਂ 3% ਲੋਕ ਹੀ ਖੇਤੀਬਾੜੀ ਦਾ ਕੰਮ ਕਰ ਰਹੇ ਆ, ਠੀਕ ਹੈ, ਉਹਨਾਂ ਨੂੰ ਖੇਤੀਬਾੜੀ ਦੇ ਵਿੱਚ ਰੁਜ਼ਗਾਰ ਮਿਲਿਆ ਹੋਇਆ। ਫਰਾਂਸ ਦੇ ਵਿੱਚ 6% ਤੇ ਆਸਟ੍ਰੇਲੀਆ ਦੇ ਵਿੱਚ ਕੀ ਹੈ 7% ਸਿਰਫ। ਸੋ ਇਸ ਦੀ ਥਾਂ 'ਤੇ ਆਪਾਂ ਦੇਖੀਏ ਤਾਂ ਲਗਭਗ 50% ਇਹੋ ਜਿਹਾ ਇੰਡੀਆ ਦਾ ਹਿੱਸਾ ਜੋ ਕੀ ਆ ਕਿਹਦੇ ਤੋਂ ਰੁਜ਼ਗਾਰ ਪ੍ਰਾਪਤ ਕਰਦਾ, ਖੇਤੀਬਾੜੀ ਤੋਂ, ਠੀਕ ਹੈ। ਇਸ ਤੋਂ ਅੱਗੇ ਦੇਖੋ ਮੇਜਰ ਸੋਰਸ ਆਫ ਫੂਡ ਸਪਲਾਈ, ਭੋਜਨ ਸਪਲਾਈ ਕਰਨ ਦਾ ਮੁੱਖ ਸਰੋਤ ਆ ਐਗਰੀਕਲਚਰ, ਠੀਕ ਹੈ। ਭਾਰਤ ਦੇ ਵਿੱਚ ਕੀ ਆ ਸਭ ਤੋਂ ਜ਼ਿਆਦਾ ਲੋਕ ਰੋਜ਼ਾਨਾ ਆਪਣਾ ਭੋਜਨ ਪ੍ਰਾਪਤ ਕਰਨ ਲਈ ਐਗਰੀਕਲਚਰ ਦੇ ਉੱਪਰ ਕੀ ਆ ਪ੍ਰੋਡਕਟਸ ਯੂਜ਼ ਕਰਦੇ ਆ ਜੋ ਕੀ ਆ ਖੇਤੀਬਾੜੀ ਤੋਂ ਪ੍ਰਾਪਤ ਹੁੰਦੇ ਆ, ਠੀਕ ਹੈ। ਆਪਾਂ ਕਹਿ ਸਕਦੇ ਹਾਂ ਜਿਹੜੇ 60% ਇਹੋ ਜਿਹੇ ਹਾਊਸ ਹੋਲਡ ਕੰਜ਼ੰਪਸ਼ਨ ਆ, ਘਰੇਲੂ ਉਪਭੋਗ ਆ ਜੋ ਕੀ ਆ ਐਗਰੀਕਲਚਰ ਪ੍ਰੋਡਕਟ ਯੂਜ਼ ਕੀਤੇ ਜਾਂਦੇ ਆ, ਠੀਕ ਹੈ। ਸਿਰਫ ਕੀ ਆ ਐਗਰੀਕਲਚਰ ਤੋਂ ਬਣੇ ਹੋਏ ਪ੍ਰੋਡਕਟ ਕੀ ਆ ਉਹਨਾਂ ਦੀ ਇੱਕ ਸਪਲਾਈ ਹੁੰਦੀ ਹੈ, ਠੀਕ ਹੈ, ਜੋ ਕਿ ਲੋਕ ਯੂਜ਼ ਕਰਦੇ ਆ। ਸੋ ਆਪਾਂ ਕਹਿ ਸਕਦੇ ਹਾਂ ਵੀ ਇਹ ਫੂਡ ਸਪਲਾਈ ਦਾ ਕੀ ਆ ਮੇਨ ਸੋਰਸ ਆ। ਇਸ ਤੋਂ ਅੱਗੇ ਹੈਗਾ ਬੇਸਿਸ ਫॉर ਇੰਡਸਟਰੀਅਲ ਡਿਵੈਲਪਮੈਂਟ, ਉਦਯੋਗਿਕ ਵਿਕਾਸ ਦੇ ਲਈ ਇੱਕ ਆਧਾਰ ਆ, ਠੀਕ ਹੈ। ਜੇ ਕਹਿੰਦੇ ਵੀ ਆਪਣਾ ਜਿਹੜਾ ਐਗਰੀਕਲਚਰ ਸੈਕਟਰ ਆ ਸਟਰੋਂਗ ਹੋਊਗਾ ਤਾਂ ਬਾਕੀ ਸੈਕਟਰ ਵੀ ਬਹੁਤ ਜ਼ਿਆਦਾ ਸਟਰੋਂਗ ਹੋ ਜਾਣਗੇ। ਕਿਉਂਕਿ ਐਗਰੀਕਲਚਰ ਸੈਕਟਰ ਤੋਂ ਬਹੁਤ ਸਾਰਾ ਰॉ ਮਟੀਰੀਅਲ ਕੱਚੇ ਮਾਲ ਦੀ ਸਪਲਾਈ ਕਿਹਨੂੰ ਹੁੰਦੀ ਹੈ, ਇੰਡਸਟਰੀਅਲ ਸੈਕਟਰ ਨੂੰ ਹੁੰਦੀ ਹੈ। ਜਿਵੇਂ ਟੈਕਸਟਾਈਲ ਦੇ ਵਿੱਚ ਕੱਪੜੇ ਵਗੈਰਾ, ਰੂਮ ਵਗੈਰਾ, ਠੀਕ ਹੈ, ਸ਼ੂਗਰ ਦੇ ਵਿੱਚ ਗੰਨਾ ਵਗੈਰਾ, ਠੀਕ ਹੈ, ਆਇਲ ਵਗੈਰਾ ਕੀ ਆ ਜਿਹੜੀ ਖੇਤੀਬਾੜੀ ਤੋਂ ਹੀ ਸਪਲਾਈ ਹੁੰਦੇ ਆ ਕਿਹਨੂੰ, ਇੰਡਸਟਰੀਅਲ ਸੈਕਟਰ ਨੂੰ। ਇਸ ਤੋਂ ਅੱਗੇ ਕੀ ਆ ਕਮਰਸ਼ੀਅਲ ਇੰਪੋਰਟੈਂਸ ਕੀ ਆ, ਵਪਾਰਿਕ ਮਹੱਤਤਾ ਕੀ ਆ। ਆਪਾਂ ਨੂੰ ਪਤਾ ਵੀ ਜਿਹੜੇ ਇੰਡੀਆ ਦੇ ਐਕਸਪੋਰਟਸ ਨੇ ਜਿਹੜੇ ਬਾਹਰ ਭੇਜਦੇ ਨੇ ਜਿਵੇਂ ਟੀ, ਕੌਫੀ, ਜੂਟ, ਸ਼ੂਗਰ, ਸਪਾਈਸਿਸ, ਮਤਲਬ ਸਪਾਈਸਿਸ ਦਾ ਮਤਲਬ ਹੁੰਦਾ ਮਸਾਲੇ ਵਗੈਰਾ ਜੋ ਕੀ ਆ ਬਾਹਰ ਆਪਣੇ ਨਿਰਯਾਤ ਕੀਤੇ ਜਾਂਦੇ ਆ। ਸੋ ਆਪਣੀ ਜਿਹੜੇ ਇਹ ਵਾਲੇ ਹੁਣ ਆਪਾਂ ਨੂੰ ਪਤਾ ਟੀ, ਕੌਫੀ, ਜੂਟ, ਸ਼ੂਗਰ ਇਹ ਕਿਤੋਂ ਬਣਦੇ ਆ, ਸਿਰਫ ਜਦੋਂ ਖੇਤੀਬਾੜੀ ਕੀਤੀ ਜਾਂਦੀ ਹੈ। ਸੋ ਇੱਕ ਵਪਾਰਿਕ ਮਹੱਤਤਾ ਵੀ ਇਹਦੀ ਬਹੁਤ ਜ਼ਿਆਦਾ। ਸੋ ਦੇਖੋ ਇੰਡੀਆ ਇਜ਼ ਦਾ ਲਾਰਜੈਸਟ ਪ੍ਰੋਡਿਊਸਰ, ਕਹਿੰਦੇ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਉਤਪਾਦਨ ਕਿਹਦਾ ਹੁੰਦਾ, ਕੋਕੋਨਟਸ ਦਾ, ਠੀਕ ਹੈ, ਮੈਂਗੋਜ਼ ਦਾ, ਬਨਾਨਾਸ ਦਾ, ਮਿਲਕ ਦਾ, ਠੀਕ ਹੈ। ਇਹਦੇ 'ਤੇ ਬਹੁਤ ਜ਼ਿਆਦਾ ਕੀ ਆ ਆਪਣੇ ਇੰਡੀਆ ਦੇ ਵਿੱਚ ਇਹ ਪ੍ਰੋਡਿਊਸ ਕੀਤੇ ਜਾਂਦੇ ਆ ਪ੍ਰੋਡਕਟਸ। ਇਸ ਤੋਂ ਬਿਨਾਂ ਕਹਿੰਦੇ ਰਾਈਸ ਅਤੇ ਵੀਟ ਦੇ, ਕਣਕ ਅਤੇ ਚੌਲ ਦੇ ਵਿੱਚ ਦੇਖੀ ਜਾਈਏ ਤਾਂ ਆਪਣਾ ਇੰਡੀਆ ਜਿਹੜਾ ਉਹ ਸੈਕਿੰਡ ਲਾਰਜੈਸਟ ਹੈ, ਠੀਕ ਹੈ, ਸਾਰੀ ਕੰਟਰੀਜ਼ ਦੇ ਨਾਲੋਂ। ਇਸ ਤੋਂ ਅੱਗੇ ਹੈਗਾ ਸੋਰਸ ਆਫ ਗੌਰਮੈਂਟ ਰੈਵਨਿਊ, ਕਹਿੰਦੇ ਸਰਕਾਰੀ ਆਮਦਨ ਦਾ ਵੀ ਸਰੋਤ ਮੰਨਿਆ ਜਾਂਦਾ ਐਗਰੀਕਲਚਰ ਨੂੰ। ਕਿਵੇਂ ਕਹਿੰਦੇ ਮੇਜਰ ਰੈਵਨਿਊ ਸੋਰਸਿਸ ਆਫ, ਕਹਿੰਦੇ ਜਿਹੜੀ ਖੇਤੀਬਾੜੀ ਆ ਉਹਦੇ ਨਾਲ ਕੀ ਆ ਆਮਦਨ ਪ੍ਰਾਪਤ ਹੁੰਦੀ ਹੈ ਸਰਕਾਰ ਨੂੰ, ਕਿਉਂਕਿ ਜਿਹੜਾ ਸਰਕਾਰ ਆ ਉਹ ਲੈਂਡ ਵਗੈਰਾ 'ਤੇ ਭੂਮੀ 'ਤੇ ਟੈਕਸ ਵਗੈਰਾ ਲਾਉਂਦੀ ਹੈ, ਕਰ ਵਗੈਰਾ ਲਾਉਂਦੀ ਹੈ। ਸੋ ਇਹਨਾਂ ਕਰਾਂ ਦੀ ਅਮਾਊਂਟ ਜਿਹੜੀ ਬਹੁਤ ਜ਼ਿਆਦਾ ਹੁੰਦੀ ਹੈ ਜਿਹਦੇ ਨਾਲ ਕੀ ਆ ਸਟੇਟ ਗੌਰਮੈਂਟ ਨੂੰ ਅਤੇ ਸੈਂਟਰਲ ਗੌਰਮੈਂਟ ਨੂੰ ਬਹੁਤ ਜ਼ਿਆਦਾ ਰੈਵਨਿਊ ਪ੍ਰਾਪਤ ਹੁੰਦਾ। ਇਸ ਤੋਂ ਅੱਗੇ ਦੇਖੋ ਇੰਪੋਰਟੈਂਸ ਇਨ ਕੈਪੀਟਲ ਫਾਰਮੇਸ਼ਨ, ਕਹਿੰਦੇ ਪੂੰਜੀ ਗਠਨ ਦਾ ਵੀ ਬਹੁਤ ਮਹੱਤਵ ਹੈ ਇਹਦੇ ਵਿੱਚ। ਪੂੰਜੀ ਗਠਨ ਮਤਲਬ ਵੱਧ ਤੋਂ ਵੱਧ ਕੀ ਆ ਕੈਪੀਟਲ ਦੀ ਫਾਰਮੇਸ਼ਨ ਕਰਨੀ, ਉਹਨੂੰ ਪੈਦਾ ਕਰਨਾ, ਠੀਕ ਹੈ। ਹੁਣ ਦੇਖੋ ਪ੍ਰਾਇਮਰੀ ਸੋਰਸਿਸ ਦੇਖੋ ਕੈਪੀਟਲ ਫਾਰਮੇਸ਼ਨ ਕਾਹਦੇ ਨਾਲ ਹੁੰਦੀ ਆ, ਜੇ ਆਪਾਂ ਸੇਵਿੰਗ ਕਰਾਂਗੇ ਜਾਂ ਇਨਵੈਸਟਮੈਂਟ ਕਰਾਂਗੇ, ਠੀਕ ਹੈ। ਦੇਖੋ ਹੁਣ ਆਫਟਰ ਦਾ ਕਹਿੰਦੇ ਗ੍ਰੀਨ ਰੈਵੋਲਿਊਸ਼ਨ ਦੇ ਬਾਅਦ, ਗ੍ਰੀਨ ਰੈਵੋਲਿਊਸ਼ਨ ਜਦੋਂ ਆਇਆ ਸੀ 1965 ਜਾਂ 66 ਦੇ ਵਿੱਚ, ਠੀਕ ਹੈ, ਉਹਦੇ ਤੋਂ ਬਾਅਦ ਜਿਹੜੇ ਐਗਰੀਕਲਚਰ ਦੀ ਜਿਹੜੀ ਪ੍ਰੋਡਕਟੀਵਿਟੀ ਆ ਬਹੁਤ ਜ਼ਿਆਦਾ ਵੱਧ ਗਈ ਸੀ। ਉਹਦੇ ਨਾਲ ਕੀ ਆ ਲੋਕਾਂ ਨੂੰ ਇਨਕਮ ਬਹੁਤ ਜ਼ਿਆਦਾ ਹੋਣ ਲੱਗੀ, ਲੋਕ ਸੇਵਿੰਗ ਕਰਨ ਲੱਗ ਗਏ ਅਤੇ ਇਨਵੈਸਟਮੈਂਟ ਵੀ ਕੀ ਆ ਬਹੁਤ ਜ਼ਿਆਦਾ ਵਧਣ ਲੱਗ ਗਈ, ਜਿਹਦੇ ਨਾਲ ਕੀ ਹੈ ਕੈਪੀਟਲ ਫਾਰਮੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਆਇਆ, ਠੀਕ ਹੈ। ਇਸ ਤੋਂ ਅੱਗੇ ਆਪਾਂ ਡਿਸਕਸ ਕਰਦੇ ਹਾਂ ਕਿ ਫੀਚਰਸ ਆਫ ਇੰਡੀਅਨ ਐਗਰੀਕਲਚਰ, ਕਹਿੰਦੇ ਜਿਹੜੇ ਭਾਰਤ ਦੀ ਖੇਤੀਬਾੜੀ ਆ ਉਹਦੇ ਵਿੱਚ ਕਿਹੜੀਆਂ ਵਿਸ਼ੇਸ਼ਤਾਵਾਂ ਪਾਈਆਂ ਜਾਂਦੀਆਂ। ਸਭ ਤੋਂ ਪਹਿਲਾਂ ਦੇਖੋ ਸਬਸਿਸਟੈਂਸ ਐਗਰੀਕਲਚਰ ਮਤਲਬ ਨਿਰਭਰ ਖੇਤੀ ਕੀਤੀ ਜਾਂਦੀ ਹੈ ਭਾਰਤ ਦੇ ਵਿੱਚ। ਆਪਾਂ ਨੂੰ ਪਤਾ ਵੀ ਭਾਰਤ ਦੇ ਵਿੱਚ ਲੋਕਾਂ ਦੇ ਕੋਲ ਬਹੁਤ ਸਾਰੇ ਜਿਹੜੇ ਖੇਤ ਆ ਉਹਨਾਂ ਦਾ ਆਕਾਰ ਬਹੁਤ ਜ਼ਿਆਦਾ ਛੋਟਾ ਵਾ ਅਤੇ ਉਹ ਆਪਣੇ ਪਰਿਵਾਰਕ ਮੈਂਬਰਾਂ ਦੀ ਮਦਦ ਦੇ ਨਾਲ ਹੀ ਉੱਥੇ ਕੀ ਹੈ ਖੇਤੀ ਕਰਦੇ ਆ। ਸੋ ਜਿਹੜੀ ਖੇਤੀ ਕਰਦੇ ਆ ਉਹਨਾਂ 'ਚ ਉਹ ਅੱਧੀ ਤਾਂ ਆਪਦੇ ਖਾਣ ਪੀਣ ਦੇ ਲਈ ਹੀ ਕੱਢ ਲੈਂਦੇ ਆ ਅਤੇ ਕੁਝ ਹਿੱਸਾ ਕੀ ਆ ਉਹ ਬਾਜ਼ਾਰ ਦੇ ਵਿੱਚ ਵੇਚਦੇ ਆ। ਸੋ ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਵੀ ਐਗਰੀਕਲਚਰ ਦੇ ਵਿੱਚ ਬਹੁਤ ਸਾਰੀਆਂ ਤਕਨੀਕੀ ਤਬਦੀਲੀਆਂ ਤਾਂ ਆਈਆਂ, ਪਰ ਫਿਰ ਵੀ ਜਿਹੜੀ ਭਾਰਤ ਦੇ ਵਿੱਚ ਜਿਹੜੀ ਐਗਰੀਕਲਚਰ ਆ ਉਹ ਨਿਰਭਰ ਖੇਤੀ ਹੈਗੀ ਆ, ਠੀਕ ਹੈ, ਇੱਕ ਤਰ੍ਹਾਂ ਦੀ ਨਿਰਭਰ ਖੇਤੀ ਉਹਨੂੰ ਕਿਹਾ ਜਾਂਦਾ। ਇਸ ਤੋਂ ਅੱਗੇ ਆ ਲੋ ਐਗਰੀਕਲਚਰ ਪ੍ਰੋਡਕਟੀਵਿਟੀ, ਘੱਟ ਖੇਤੀ ਉਤਪਾਦਕਤਾ, ਮਤਲਬ ਜਿਹੜੇ ਖੇਤਾਂ ਦੇ ਵਿੱਚ ਪਰ ਹੈਕਟੇਅਰ
ਭੂਮੀ ਤੇ ਫਸਲ ਉਗਾਈ ਜਾਂਦੀ ਆ ਉਹਦੇ ਤੋਂ ਜਿਹੜਾ ਵੀ ਅਨਾਜ ਪੈਦਾ ਹੁੰਦਾ ਉਹ ਬਹੁਤ ਜ਼ਿਆਦਾ ਘੱਟ ਆ। ਕਹਿੰਦੇ ਇਹਦੇ ਘੱਟ ਹੋਣ ਦਾ ਕੀ ਕਾਰਨ ਆ? ਕਹਿੰਦੇ ਇਹੀ ਕਾਰਨ ਹੋ ਸਕਦਾ ਵੀ ਆਪਣੇ ਜਿਹੜੀ ਖੇਤੀ ਦਾ ਵਿੱਚ ਪਛੜਾਪਣ ਪਾਇਆ ਜਾਂਦਾ, ਠੀਕ ਹੈ, ਉਹਦੀ ਟੈਕਨੀਕਸ ਨਹੀਂ ਸਹੀ। ਸੋ ਆਪਾਂ ਕਹਿ ਸਕਦੇ ਹਾਂ ਵੀ ਜਿਵੇਂ ਅਮਰੀਕਾ, ਜਾਪਾਨ ਜਾਂ ਫਰਾਂਸ ਦੇਸ਼ਾਂ ਦੇ ਨਾਲੋਂ ਕੀ ਆ ਇੰਡੀਆ ਦੀ ਜਿਹੜੀ ਐਗਰੀਕਲਚਰ ਪ੍ਰੋਡਕਟਿਵਿਟੀ ਆ ਬਹੁਤ ਜ਼ਿਆਦਾ ਲੋ ਆ। ਇਸ ਤੋਂ ਅੱਗੇ ਕੀ ਆ? ਪ੍ਰੈਸ਼ਰ ਆਫ ਪਾਪੂਲੇਸ਼ਨ ਔਨ ਦਾ ਐਗਰੀਕਲਚਰ, ਖੇਤੀਬਾੜੀ ਉੱਪਰ ਜਨਸੰਖਿਆ ਦਾ ਦਬਾਅ। ਦੇਖੋ ਆਪਾਂ ਨੂੰ ਪਤਾ ਵੀ ਆਪਣੇ ਦੇਸ਼ ਦੀ ਜਨਸੰਖਿਆ ਜਿਹੜੀ ਪੋਪੂਲੇਸ਼ਨ ਉਹ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਸੋ ਆਪਾਂ ਨੂੰ ਪਤਾ ਵੀ ਆਪਣੇ ਦੇਸ਼ ਦੀ ਜ਼ਿਆਦਾਤਰ ਜਨਸੰਖਿਆ ਕੀ ਕਰਦੀ ਹੈ? ਖੇਤੀਬਾੜੀ ਕਰ ਰਹੀ ਹੈ। ਸੋ ਖੇਤੀਬਾੜੀ 'ਤੇ ਆਪਣਾ ਰੁਜ਼ਗਾਰ ਉਹਨਾਂ ਦਾ ਕੀ ਹੈ? ਨਿਰਭਰ ਕਰਦਾ। ਸੋ ਜਿਹੜਾ ਖੇਤੀਬਾੜੀ ਦੇ ਉੱਪਰ ਜਨਸੰਖਿਆ ਦਾ ਦਬਾਅ ਉਹ ਵੀ ਵੱਧ ਰਿਹਾ, ਠੀਕ ਹੈ, ਉਹਦਾ ਪ੍ਰੈਸ਼ਰ ਬਹੁਤ ਜ਼ਿਆਦਾ ਵੱਧ ਗਈ ਹੈ। ਇਸ ਤੋਂ ਅੱਗੇ ਹੈਗਾ ਛੁਪੀ ਹੋਈ ਬੇਰੁਜ਼ਗਾਰੀ, ਜਿਹਨੂੰ ਕਿ ਡਿਸਗਾਈਜ਼ਡ ਅਨਇੰਪਲੋਇਮੈਂਟ ਕਿਹਾ ਜਾਂਦਾ। ਜਿਹੜੀ ਡਿਸਗਾਈਜ਼ਡ ਅਨਇੰਪਲੋਇਮੈਂਟ ਹੁੰਦੀ ਹੈ, ਛਿਪੀ ਹੋਈ ਬੇਰੁਜ਼ਗਾਰੀ ਹੁੰਦੀ ਹੈ, ਉਹਦਾ ਮਤਲਬ ਹੁੰਦਾ ਵੀ ਇੱਕ ਹੀ ਕੰਮ 'ਤੇ, ਠੀਕ ਹੈ, ਮਤਲਬ ਖੇਤੀਬਾੜੀ ਦੇ ਇੱਕ ਖੇਤ ਆ ਉਹਦੇ ਵਿੱਚ ਕੀ ਆ ਬਹੁਤ ਸਾਰੇ ਮਜ਼ਦੂਰ ਲੱਗੇ ਆ, ਪਰ ਜੇ ਕੁਝ ਮਜ਼ਦੂਰਾਂ ਨੂੰ ਕੀ ਆ ਉਹਦੇ ਵਿੱਚੋਂ ਕੱਢ ਦਿੱਤਾ ਜਾਵੇ ਤਾਂ ਵੀ ਉਹਦੀ ਉਤਪਾਦਕਤਾ, ਜਿੰਨਾ ਅਨਾਜ ਪੈਦਾ ਹੁੰਦਾ ਜਿਹੜੇ ਪਹਿਲਾਂ ਵੱਧ ਪ੍ਰੋਡਿਊਸ ਕਰ ਰਹੇ ਸੀ ਓਨਾ ਹੀ ਘੱਟ ਪ੍ਰੋਡਿਊਸ ਕਰ ਰਹੇ ਆ। ਹੁਣ ਜਿਹੜੇ ਵਿਅਕਤੀ ਜਿਹੜੇ ਵੱਧ ਆ ਉਹਦੇ 'ਤੇ ਉਹ ਵੀ ਉੱਥੇ ਲੱਗੇ ਹੋਏ ਆ ਜਿਨ੍ਹਾਂ ਦੀ ਲੋੜ ਨਹੀਂ, ਮਤਲਬ ਉਹ ਕੀ ਹੈ? ਇੱਕ ਤਰ੍ਹਾਂ ਦੇ ਛਿਪੀ ਹੋਈ ਬੇਰੁਜ਼ਗਾਰੀ ਉਹਨਾਂ ਦੇ ਵਿੱਚ ਪਾਈ ਜਾਂਦੀ ਹੈ। ਉਹ ਬੇਰੁਜ਼ਗਾਰ ਆ ਪਰ ਵੈਸੇ ਹੀ ਉਹ ਕੀ ਆ ਉੱਥੇ ਲੱਗੇ ਹੋਏ ਆ, ਠੀਕ ਹੈ। ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਵੀ ਬਾਕੀ ਸੈਕਟਰ ਦੇ ਵਿੱਚ ਉਹਨਾਂ ਨੂੰ ਨੌਕਰੀਆਂ ਨਾ ਮਿਲਣ ਦੇ ਕਾਰਨ ਕੀ ਆ ਜਿਹੜੀ ਛੁਪੀ ਹੋਈ ਬੇਰੁਜ਼ਗਾਰੀ ਪਾਈ ਜਾਂਦੀ ਆ। ਇਸ ਤੋਂ ਅੱਗੇ ਹੈ ਡਿਪੈਂਡੈਂਸ ਔਨ ਦਾ ਮੌਨਸੂਨ, ਮੌਨਸੂਨ ਉੱਤੇ ਨਿਰਭਰਤਾ। ਆਪਾਂ ਨੂੰ ਪਤਾ ਵੀ ਆਪਣੀ ਖੇਤੀ ਕਰਨ ਦੇ ਲਈ ਜਿਹੜੇ ਸਿੰਚਾਈ ਦੇ ਸਾਧਨ ਉਹ ਬਹੁਤ ਘੱਟ ਆ, ਠੀਕ ਹੈ, ਇੱਕ ਤਰ੍ਹਾਂ ਦੇ ਉਹ ਮੌਨਸੂਨ ਦੇ ਉੱਪਰ ਨਿਰਭਰ ਕਰਦੀ ਹੈ। ਕਹਿੰਦੇ ਮੌਨਸੂਨ ਨੂੰ ਇੱਕ ਜੂਏ ਦੀ ਤਰ੍ਹਾਂ ਮੰਨਿਆ ਜਾਂਦਾ। ਕਹਿੰਦੇ ਜੇ ਮੌਨਸੂਨ ਦੇ ਚੰਗੀ ਵਰਖਾ ਹੋਊਗੀ ਤਾਂ ਕੀ ਆ ਖੇਤੀ ਦਾ ਉਤਪਾਦਨ ਵੱਧ ਜੂਗਾ, ਨਹੀਂ ਫਿਰ ਉਹ ਘੱਟ ਜੂਗਾ, ਠੀਕ ਹੈ। ਤਾਂ ਕਰਕੇ ਆਪਣੀ ਜਿਹੜੀ ਭਾਰਤ ਦੀ ਖੇਤੀ ਆ ਉਹ ਜ਼ਿਆਦਾਤਰ ਕਿਹਦੇ 'ਤੇ ਡਿਪੈਂਡ ਕਰਦੀ ਹੈ? ਮੌਨਸੂਨ ਦੇ ਉੱਤੇ। ਸਮੋਲ ਸਾਈਜ਼ ਆਫ ਹੋਲਡਿੰਗ, ਜਿਹੜੇ ਛੋਟੇ ਘਰ ਦੀ ਪਕੜ ਹੈ, ਠੀਕ ਹੈ। ਆਪਣੇ ਦੇਸ਼ਾਂ ਦੇ ਵਿੱਚ ਆਪਾਂ ਨੂੰ ਪਤਾ ਜਿਹੜੇ ਖੇਤ ਆ ਉਹ ਬਹੁਤ ਘੱਟ ਛੋਟੇ ਟੁਕੜਿਆਂ ਦੇ ਵਿੱਚ ਵੰਡੇ ਹੋਏ ਆ, ਜਿਹਦੇ ਉੱਤੇ ਵੱਡੀਆਂ ਮਸ਼ੀਨਰੀਆਂ ਚਲਾਉਣਾ, ਠੀਕ ਹੈ, ਸਿੰਚਾਈ ਦਾ ਸਾਧਨ ਉਹਦੇ ਵਿੱਚ ਲਗਾਉਣਾ, ਠੀਕ ਹੈ। ਇਸ ਤਰ੍ਹਾਂ ਕੀ ਆ ਇਹਦੇ ਵਿੱਚ ਜਿਹੜੀ ਕਲਟੀਵੇਸ਼ਨ ਕਰਨੀ ਆ, ਠੀਕ ਹੈ, ਜਾਂ ਫਿਰ ਆਪਾਂ ਹੋਰ ਕੁਛ ਵਿਕਾਸ ਕਰਨਾ ਖੇਤੀ ਦਾ, ਉਹਦੇ ਵਿੱਚ ਮਸ਼ੀਨਰੀਆਂ ਲੈ ਕੇ ਆਉਣੀਆਂ ਛੋਟੇ ਸਾਈਜ਼ ਕਾਰਨ ਉਹ ਕੀ ਹੈ ਨਹੀਂ ਆ ਪਾਉਂਦੀਆਂ। ਸੋ ਇਹ ਕੀ ਆ ਵੀ ਆਪਣੇ ਜਿਹੜੇ ਦੇਸ਼ ਦੀ ਖੇਤੀ ਦੇ ਵਿੱਚ ਕੀ ਆ ਸਮਾਲ ਸਾਈਜ਼ ਆਫ ਹੋਲਡਿੰਗ ਆ, ਠੀਕ ਹੈ। ਇਸ ਤਰ੍ਹਾਂ ਕੀ ਹੈ ਖੇਤੀ ਆਪਣੀ ਪਛੜੀ ਹੋਈ ਰਹਿ ਗਈ ਆ। ਇਸ ਤੋਂ ਅੱਗੇ ਹੈਗਾ ਯੂਜ਼ ਆਫ ਬੈਕਵਰਡ ਟੈਕਨੋਲੋਜੀ, ਪੁਰਾਤਨ ਟੈਕਨੋਲੋਜੀ ਦੀ ਵਰਤੋਂ। ਇਹ ਆਪਾਂ ਨੂੰ ਪਤਾ ਵੀ ਆਪਣੇ ਦੇਸ਼ ਵਿੱਚ ਜਿਹੜੀ ਖੇਤੀਬਾੜੀ ਕੀਤੀ ਜਾਂਦੀ ਆ ਉਹਦੇ ਵਿੱਚ ਕੀ ਹੈ ਬੈਕਵਰਡ ਟੈਕਨੋਲੋਜੀ ਯੂਜ਼ ਕੀਤੀਆਂ ਜਾਂਦੀਆਂ, ਕਿਉਂਕਿ ਜਿਹੜੀਆਂ ਵੱਡੀਆਂ ਮਸ਼ੀਨਰੀਆਂ ਬਹੁਤ ਜ਼ਿਆਦਾ ਮਹਿੰਗੀਆਂ ਹੁੰਦੀਆਂ, ਬਾਹਰੋਂ ਇੰਪੋਰਟ ਕਰਵਾਉਣੀਆਂ ਪੈਂਦੀਆਂ। ਸੋ ਆਪਣੀ ਜਿਹੜੇ ਕਿਸਾਨ ਆ ਉਹ ਛੋਟੇ, ਉਹਨਾਂ ਕੋਲ ਆਮਦਨ ਦਾ ਸਾਧਨ ਘੱਟ ਆ, ਉਹ ਨਹੀਂ ਕਰ ਸਕਦੇ। ਸੋ ਜਿਹੜੇ ਆਪਣੀ ਜਿਹੜੀ ਐਗਰੀਕਲਚਰ ਆ ਉਹਦੇ ਵਿੱਚ ਕੀ ਹੈ ਬੈਕਵਰਡ ਟੈਕਨੋਲੋਜੀ ਯੂਜ਼ ਕੀਤੀ ਜਾਂਦੀ ਹੈ। ਇਸ ਤੋਂ ਅੱਗੇ ਹੈਗਾ ਪ੍ਰੀਡੋਮੀਨੈਂਸ ਆਫ ਫੂਡ ਕ੍ਰੌਪਸ, ਅਨਾਜ ਉੱਤੇ ਨਿਰਭਰਤਾ। ਇਹਦੇ ਵਿੱਚ ਕੀ ਆ ਜਿਹੜੀ ਖੇਤੀਬਾੜੀ ਕੀਤੀ ਜਾਂਦੀ ਹੈ ਭਾਰਤ ਦੇ ਵਿੱਚ, ਠੀਕ ਹੈ, ਉਹ ਕੀ ਆ ਆਬਾਦੀ ਦੀ ਵੱਡੀ ਆਬਾਦੀ ਨੂੰ ਕੀ ਆ ਅਨਾਜ ਪ੍ਰਦਾਨ ਕਰਦੀ ਹੈ ਖਾਣ ਦੇ ਲਈ, ਠੀਕ ਹੈ, ਉਹਨਾਂ ਦਾ ਪਾਲਣ ਪੋਸ਼ਣ ਕਰਨ ਦੇ ਲਈ। ਹੁਣ ਦੇਖੋ ਕਿਸਾਨਾਂ ਉੱਤੇ ਪ੍ਰੈਸ਼ਰ ਪੈ ਜਾਂਦਾ ਵੀ ਪਹਿਲਾਂ ਤੁਸੀਂ ਉਹੀ ਫਸਲਾਂ ਉਗਾਓ ਜਿਹਦੇ ਨਾਲ ਕੀ ਆ ਦੇਸ਼ ਦੀ ਜਿਹੜੀ ਆਬਾਦੀ ਆ ਉਹਨੂੰ ਕੀ ਆ ਭੋਜਨ ਮਿਲ ਸਕੇ। ਸੋ ਕੀ ਆ ਅਨਾਜ ਦੇ ਉੱਪਰ ਉਹਦੀ ਨਿਰਭਰਤਾ ਜਿਹੜੀ ਖੇਤੀ ਦੀ ਉਹ ਜ਼ਿਆਦਾ ਹੋਣ ਲੱਗੀ ਹੈ, ਠੀਕ ਹੈ। ਇਸ ਤਰ੍ਹਾਂ ਕੀ ਹੈ ਜਿਹੜੇ ਵਪਾਰਕ ਖੇਤੀ ਕਰਨੀ ਆ ਉਹਨਾਂ ਨੇ ਬਾਹਰ ਕੀ ਆ ਦੇਸ਼ਾਂ ਨੂੰ ਕੀ ਆ ਜਿਹੜੀਆਂ ਫਸਲਾਂ ਵੇਚਣੀਆਂ, ਠੀਕ ਹੈ, ਉਹ ਘਟ ਰਹੀਆਂ। ਇਸ ਤੋਂ ਅੱਗੇ ਕੀ ਆ? ਇਸ ਤੋਂ ਅੱਗੇ ਹੈਗਾ ਡਾਈਵਰਸਿਟੀਜ਼ ਇਨ ਇੰਡੀਅਨ ਐਗਰੀਕਲਚਰ, ਜਿਹੜੀ ਭਾਰਤੀ ਖੇਤੀਬਾੜੀ ਆ ਉਹਦੇ ਵਿੱਚ ਵਿਭਿੰਨਤਾ ਪਾਈ ਜਾਂਦੀ ਆ। ਆਪਾਂ ਨੂੰ ਪਤਾ ਵੀ ਭਾਰਤ ਦੇਸ਼ ਆਪਣਾ ਬਹੁਤ ਜ਼ਿਆਦਾ ਵੱਡਾ ਵਾ, ਠੀਕ ਹੈ, ਉਹਦੇ ਵਿੱਚ ਵੱਖ-ਵੱਖ ਖੇਤਰਾਂ 'ਚ ਵੱਖ-ਵੱਖ ਰਾਜਾਂ ਦੇ ਵਿੱਚ ਅੱਡ ਜਲਵਾਯੂ ਆ, ਜਿਹੜੀ ਮਿੱਟੀ ਆ ਹੈ ਨਾ ਉਹਨਾਂ ਦਾ ਟੈਕਸਚਰ ਆਪਾਂ ਕਹਿ ਸਕਦੇ ਉਹ ਵੀ ਅਲੱਗ ਆ। ਇਸ ਤੋਂ ਬਿਨਾਂ ਜਿਹੜੇ ਪਾਣੀ ਦੀ ਉਪਲਬਧਤਾ, ਜਿਵੇਂ ਆਪਣੇ ਮੰਨਿਆ ਜਾਂਦਾ ਵੀ ਜਿਹੜਾ ਪੰਜਾਬ ਆ ਉਹਦੇ ਵਿੱਚ ਜ਼ਿਆਦਾ, ਜਿਵੇਂ ਰਾਜਸਥਾਨ ਦੇ ਵਿੱਚ ਪਾਣੀ ਘੱਟ ਆ, ਠੀਕ ਹੈ। ਹੁਣ ਉਹਦੇ ਵਿੱਚ ਇੱਕ ਹੀ ਤਰ੍ਹਾਂ ਦੀ ਜਿਹੜੀ ਆਪਾਂ ਕਹਿੰਦੇ ਹਾਂ ਵੀ ਖੇਤੀ ਦੇ ਲਈ ਨੀਤੀਆਂ ਅਪਣਾਈਆਂ ਜਾਂਦੀਆਂ ਉਹ ਨਹੀਂ ਅਪਣਾਈਆਂ ਜਾ ਸਕਦੀਆਂ। ਸੋ ਡਿਵਰਸਿਟੀ ਕਾਰਨ, ਵਿਭਿੰਨਤਾ ਕਾਰਨ ਜਿਹੜੀ ਖੇਤੀਬਾੜੀ ਆ ਆਪਣੀ ਉਹ ਪਿੱਛੇ ਰਹਿ ਚੁੱਕੀ ਆ, ਠੀਕ ਹੈ। ਸੋ ਜੋ ਵੀ ਆਪਾਂ ਪੁਆਇੰਟਸ ਪੜ੍ਹੇ ਇਹਦੇ ਤੋਂ ਅੰਦਾਜ਼ਾ ਲਗਾ ਸਕਦੇ ਹਾਂ ਜਿਹੜੀ ਆਪਣੀ ਖੇਤੀਬਾੜੀ ਉਹ ਇੱਕ ਉਹਦੇ ਵਿੱਚ ਕੀ ਹੈ ਬੈਕਵਰਡਨੈਸ ਆ ਗਈ ਆ, ਠੀਕ ਹੈ, ਪਛੜਾਪਨ ਆ ਗਿਆ। ਅਤੇ ਇਹਦੇ ਵਿੱਚ ਕੀ ਆ ਆਧੁਨਿਕ ਦ੍ਰਿਸ਼ਟੀਕੋਣ ਦੀ ਘਾਟ ਆ, ਮਤਲਬ ਇਹਦੇ ਵਿੱਚ ਮਾਡਰਨਾਲਾਈਜੇਸ਼ਨ ਨਹੀਂ ਹੈਗੀ। ਸੋ ਆਪਣੀ ਇਸੇ ਲਈ ਖੇਤੀ ਦੇ ਉੱਪਰ ਕੀ ਆ ਹੋਰ ਕੰਮ ਕਰਨ ਦੀ ਲੋੜ ਆ। ਇਸੇ ਤਰ੍ਹਾਂ ਆਪਣਾ ਇਹ ਲੈਕਚਰ ਇੱਥੇ ਫਿਨਿਸ਼ ਹੋ ਜਾਂਦਾ। ਥੈਂਕ ਯੂ ਸਟੂਡੈਂਟਸ।